ਡੀਅਰ ਸਟੂਡੈਂਟਸ ਵੈਲਕਮ। ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਕਵਿਤਾ। ਇਹਦੇ ਵਿੱਚ ਅਸੀਂ ਕਵਿਤਾ ਦਾ ਅਰਥ, ਪਰਿਭਾਸ਼ਾਵਾਂ ਅਤੇ ਜਿਹੜੇ ਇਹਦੇ ਉਦੇਸ਼ ਨੇ ਉਹਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੇ ਮੀਨਿੰਗ ਦੀ ਗੱਲ ਕਰਦੇ ਹਾਂ ਕਿ ਕਵਿਤਾ ਕਿਸ ਨੂੰ ਕਹਿੰਦੇ ਨੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਣਾ ਲਿਟਰੇਚਰ ਲਿਖਿਆ ਜਾਂਦਾ, ਸਾਹਿਤ ਲਿਖਿਆ ਜਾਂਦਾ, ਉਹਦੇ ਵੱਖ-ਵੱਖ ਰੂਪਾਂ ਦੇ ਵਿੱਚੋਂ ਕਵਿਤਾ ਵੀ ਇੱਕ ਮਹੱਤਵਪੂਰਨ ਰੂਪ ਹੈ। ਇਹਦੇ ਰਾਹੀਂ ਜਿਹੜਾ ਇੱਕ ਪੋਇਟ ਹੈ ਉਹ ਆਪਣੇ ਵਿਚਾਰਾਂ ਨੂੰ ਅਤੇ ਆਪਣੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਕਲਪਨਾ ਦਾ ਰੂਪ ਦੇ ਕੇ ਇੱਕ ਕਵਿਤਾ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਅਤੇ ਕਵਿਤਾ ਦੇ ਵਿੱਚ ਜਿਹੜੇ ਸਾਡੇ ਭਾਵ ਹੁੰਦੇ ਨੇ, ਜੋ ਸਾਡੀਆਂ ਇਮੋਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਇੱਕ ਹੁਲਾਰਾ ਦਿੱਤਾ ਗਿਆ ਹੁੰਦਾ ਹੈ ਅਤੇ ਕਵੀ ਦੇ ਅੰਦਰ ਪੈਦਾ ਹੋਏ ਜਜ਼ਬਿਆਂ ਅਤੇ ਵਲਵਲਿਆਂ ਦਾ ਰੂਪ ਕਵਿਤਾ ਅਖਵਾਉਂਦੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਪੱਛਮੀ ਦ੍ਰਿਸ਼ਟੀਕੋਣ ਦੇ ਅਨੁਸਾਰ ਜਿਹੜੀ ਕਵਿਤਾ ਹੈ ਉਹ ਕੀ ਹੁੰਦੀ ਹੈ। ਫਿਰ ਅਸੀਂ ਇਸ ਤੋਂ ਬਾਅਦ ਭਾਰਤੀ ਦ੍ਰਿਸ਼ਟੀਕੋਣ ਦੇ ਅਨੁਸਾਰ ਇਹਦੀਆਂ ਪਰਿਭਾਸ਼ਾਵਾਂ ਕਰਾਂਗੇ। ਪਹਿਲਾ ਹੈ ਜੌਨਸਨ ਦੇ ਅਕੋਰਡਿੰਗ, ਕਵਿਤਾ ਦਲੀਲ ਨੂੰ ਸੋਚ ਦੀ ਉਡਾਰੀ ਦੇ ਖੰਭ ਲਾਉਣਾ ਹੈ ਜਾਂ ਸੋਚ ਨੂੰ ਸੁਆਦ ਵਿੱਚ ਗੁੰਨਣਾ ਹੈ ਅਤੇ ਇਸ ਦਾ ਮੂਲ ਤੱਤ ਇਸ ਦਾ ਸੱਜਰਾਪਣ ਹੈ। ਸ਼ੈਲੇ ਦੇ ਅਕੋਰਡਿੰਗ ਕੀ ਹੈ, ਕਵਿਤਾ ਬਹੁਤ ਹੱਦ ਤੱਕ ਮਨ ਉਡਾਰੀ ਦਾ ਪ੍ਰਗਟਾਵਾ ਹੈ। ਕਾਲਜ ਦੇ ਅਕੋਰਡਿੰਗ, ਕਵਿਤਾ ਵਿੱਚ ਸੋਹਣੇ ਸ਼ਬਦਾਂ ਨੂੰ ਸੋਹਣੀ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਜਾਂ ਦੂਸਰੇ ਸ਼ਬਦਾਂ ਵਿੱਚ ਕਵਿਤਾ ਉੱਤਮ ਤੋਂ ਉੱਤਮ ਸ਼ਬਦਾਂ ਦਾ ਉੱਤਮ ਤੋਂ ਉੱਤਮ ਲੜੀਵਾਰ ਬਿਆਨ ਹੈ। ਵਾਟਸ ਡੰਟਨ ਦੇ ਅਕੋਰਡਿੰਗ, ਕਵਿਤਾ ਮਨੁੱਖੀ ਮਨ ਦਾ ਜਜ਼ਬਾ, ਗੁੱਧੀ, ਲੈ ਭਰੀ ਬੋਲੀ ਰਾਹੀਂ ਹੁਨਰ ਭਰਿਆ ਚਿੰਤਨ ਹੈ। ਅਰਨੌਲਡ ਦੇ ਅਨੁਸਾਰ ਕਵਿਤਾ ਮੂਲ ਜੀਵਨ ਦੀ ਆਲੋਚਨਾ ਹੈ। ਹਡਸਨ ਦੇ ਅਨੁਸਾਰ ਕਵਿਤਾ ਕਲਪਨਾ ਅਤੇ ਮਨੋਵੇਗਾਂ ਦੁਆਰਾ ਜੀਵਨ ਦੀ ਵਿਆਖਿਆ ਹੈ। ਹੈਜ਼ਲਿਟ ਦੇ ਅਨੁਸਾਰ ਕਵਿਤਾ ਕਲਪਨਾ ਅਤੇ ਮਨੋਵੇਗਾਂ ਦੀ ਭਾਸ਼ਾ ਹੈ। ਵਰਡਸਵਰਥ ਨੇ ਕਿਹਾ, ਕਵਿਤਾ ਪ੍ਰਬਲ ਭਾਵਾਂ ਦਾ ਸੁਭਾਵਿਕ ਡੁੱਲਦਾ ਪ੍ਰਵਾਹ ਹੈ ਜੋ ਕਿ ਸ਼ਾਂਤੀ ਦੇ ਸਮੇਂ ਯਾਦ ਕੀਤੇ ਜਾਂਦੇ ਹਨ। ਇਹ ਸੀ ਵੀ ਜਿਹੜੇ ਵੈਸਟਰਨ ਥਿੰਕਰਸ ਨੇ ਉਹਨਾਂ ਨੇ ਕਵਿਤਾ ਬਾਰੇ ਕੀ ਸੋਚਿਆ। ਹੁਣ ਅਸੀਂ ਜਿਹੜੇ ਸਾਡੇ ਭਾਰਤੀ ਦ੍ਰਿਸ਼ਟੀਕੋਣ ਦੇ ਅਨੁਸਾਰ ਜਿਹੜੀ ਕਵਿਤਾ ਨੂੰ ਅਲੱਗ-ਅਲੱਗ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ। ਸਭ ਤੋਂ ਪਹਿਲਾਂ ਮਮਟ ਦੇ ਅਕੋਰਡਿੰਗ, ਕਵਿਤਾ ਅਜਿਹੇ ਸ਼ਬਦ ਅਤੇ ਅਰਥ ਨੂੰ ਕਹਿੰਦੇ ਹਨ ਜਿਸ ਵਿੱਚ ਦੋਸ਼ ਨਾ ਹੋਣ, ਮੀਨਸ ਗੁਣ ਹੋਣੇ ਚਾਹੀਦੇ ਨੇ, ਅਲੰਕਾਰ ਹੋਣੇ ਚਾਹੀਦੇ ਨੇ ਜਾਂ ਦੂਸਰੇ ਸ਼ਬਦਾਂ ਦੇ ਵਿੱਚ ਰਸਾਤਮਕ ਵਾਕ ਹੀ ਕਵਿਤਾ ਹੁੰਦੇ ਹਨ। ਵਿਸ਼ਵਨਾਥ ਦੇ ਅਨੁਸਾਰ ਭਰਪੂਰ ਵਾਕਾਂ ਨੂੰ ਕਵਿਤਾ ਕਿਹਾ ਜਾਂਦਾ ਹੈ। ਭਰਪੂਰ ਮੀਨਸ ਜਿਨ੍ਹਾਂ ਦਾ ਕੋਈ ਜਿਹੜਾ ਅਰਥ ਹੈ ਉਹ ਨਿਕਲਦਾ ਹੋਵੇ। ਜਗਨਨਾਥ ਦੇ ਅਨੁਸਾਰ ਉਹ ਸ਼ਬਦ ਜੋ ਰਮਣੀਕ ਅਰਥਾਂ ਦਾ ਪ੍ਰਤੀਪਾਦਨ ਕਰਨ ਕਾਵਿ ਅਖਵਾਉਂਦੇ ਹਨ। ਸ਼ਾਮ ਸੁੰਦਰ ਰਾਜਾ ਦੇ ਅਨੁਸਾਰ ਕਲਾਤਮਿਕ ਰੀਤੀ ਨਾਲ ਸਜੀ ਹੋਈ ਭਾਸ਼ਾ ਜਿਸ ਵਿੱਚ ਭਾਵਾਂ ਦਾ ਵਿਅੰਜਨ ਹੁੰਦਾ ਹੈ ਕਵਿਤਾ ਅਖਵਾਉਂਦੀ ਹੈ। ਨੈਕਸਟ ਹੈ ਧਨੀ ਰਾਮ ਚਾਤ੍ਰਿਕ ਦੇ ਅਨੁਸਾਰ, ਰੱਬ ਦੀ ਕਰਾਮਾਤ ਸਦਕਾ ਉਪਜੇ ਕਵੀ ਦੇ ਬੋਲ ਕਵਿਤਾ ਨੇ। ਮੀਨਸ ਰੱਬ ਦੀ ਕਰਾਮਾਤ ਸਦਕਾ ਮੀਨਸ ਜਿਹਨੂੰ ਜਿਹੜਾ ਪਰਮਾਤਮਾ ਇਹ ਕਰਾਮਾਤ ਬਖਸ਼ਦਾ ਅਤੇ ਉਸ ਕਵੀ ਦੇ ਜਿਹੜੇ ਬੋਲ ਨਿਕਲਦੇ ਉਹਨੂੰ ਕਵਿਤਾ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦੇ ਅਨੁਸਾਰ ਕਵਿਤਾ ਕੋਈ ਫਰਜ਼ੀ ਵਸਤੂ ਨਹੀਂ ਸਗੋਂ ਉੱਚੇ ਨਛੱਤਰੀ ਵਸਣ ਵਾਲੀ ਦੇਵੀ ਹੈ। ਇਹ ਨਿਰੋਲ ਵਲਵਲੇ ਦੇ ਦੇਸ਼ ਦੀ ਉਪਜ ਹੈ ਜਿੱਥੇ ਬੁੱਧੀ ਮੰਡਲ ਦੀ ਪਕੜ ਖਤਮ ਹੋ ਜਾਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਅਨੁਸਾਰ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਵਚਨ ਕਵਿਤਾ ਹਨ। ਪ੍ਰੋਫੈਸਰ ਮੋਹਨ ਸਿੰਘ ਅਨੁਸਾਰ ਇਸ਼ਕ ਦੇ ਜਾਦੂ ਕਰਕੇ ਦਿਲ ਵਿੱਚ ਮਸਤੀ ਭਾਵ ਹੁਲਾਰ ਪੈਦਾ ਹੁੰਦਾ ਹੈ ਅਤੇ ਇਹ ਮਸਤੀ ਜਾਂ ਹੁਲਾਰ ਹੀ ਕਵਿਤਾ ਹੈ। ਹੁਣ ਇਹ ਬੱਚੇ ਤੁਹਾਨੂੰ ਦੋਨੋਂ ਹੀ ਦ੍ਰਿਸ਼ਟੀਕੋਣ ਦੇ ਅਨੁਸਾਰ ਕਈ ਵਾਰ ਸਪੈਸ਼ਲ ਪੁੱਛਿਆ ਵੀ ਜਾ ਸਕਦਾ ਹੈ, ਬਟ ਜੇ ਤੁਹਾਨੂੰ ਇਕੱਲਾ ਤੁਸੀਂ ਕਵਿਤਾ ਬਾਰੇ ਪਰਿਭਾਸ਼ਾਵਾਂ ਲਿਖਣੀਆਂ ਨੇ ਤਾਂ ਤੁਸੀਂ ਮਿਕਸ ਕਰਕੇ ਲਿਖ ਸਕਦੇ ਹੋ ਦੋਵਾਂ ਦੇ ਵਿੱਚੋਂ। ਤਾਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਭਾਰਤੀ ਦ੍ਰਿਸ਼ਟੀਕੋਣ ਦੇ ਅਨੁਸਾਰ ਲਿਖਣੀਆਂ ਨੇ ਜਾਂ ਤੁਸੀਂ ਪੱਛਮੀ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹਨੂੰ ਕੋਈ ਇੰਨਾ ਮੈਟਰ ਨਹੀਂ ਕਰਦਾ। ਹੁਣ ਅਸੀਂ ਕਰਾਂਗੇ ਕਵਿਤਾ ਦੀ ਸਿੱਖਿਆ ਦੇ ਉਦੇਸ਼। ਹੁਣ ਜਿਹੜੀ ਕਵਿਤਾ ਦੀ ਸਿੱਖਿਆ ਦੇ ਉਦੇਸ਼ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ। ਕਵਿਤਾ ਦੇ ਸਧਾਰਨ ਉਦੇਸ਼, ਫਿਰ ਵਿਸ਼ੇਸ਼ ਉਦੇਸ਼ ਅਤੇ ਫਿਰ ਵੱਖ-ਵੱਖ ਪੱਧਰਾਂ ਅਨੁਸਾਰ ਕਵਿਤਾ ਦੇ ਉਦੇਸ਼। ਹੁਣ ਵੱਖ-ਵੱਖ ਪੱਧਰ ਕਿਹੜੇ ਨੇ? ਪ੍ਰਾਇਮਰੀ ਲੈਵਲ, ਮਿਡਲ ਲੈਵਲ ਅਤੇ ਉੱਚ ਲੈਵਲ। ਹੁਣ ਇਹ ਤੁਹਾਨੂੰ ਇਹਦੇ ਵਿੱਚ ਸ਼ਾਰਟ ਨੋਟ ਵੀ ਇਸ ਤਰੀਕੇ ਨਾਲ ਪੁੱਛੇ ਜਾ ਸਕਦੇ ਨੇ। ਇੱਕ ਤਾਂ ਸਿੰਪਲ ਕੁਐਸਚਨ ਬਣ ਜਾਏਗਾ ਕਿ ਕਵਿਤਾ ਦੀ ਸਿੱਖਿਆ ਦੇ ਉਦੇਸ਼। ਇੱਕ ਤਿੰਨ ਸ਼ਾਰਟ ਨੋਟ ਇਹ ਬਣ ਰਹੇ ਨੇ ਕਿ ਪ੍ਰਾਇਮਰੀ ਪੱਧਰ 'ਤੇ, ਮਿਡਲ 'ਤੇ ਅਤੇ ਉੱਚ ਪੱਧਰ 'ਤੇ ਕਿਹੜੇ-ਕਿਹੜੇ ਨੇ। ਇੱਕ ਵਿਸ਼ੇਸ਼ ਉਦੇਸ਼ ਦੇ ਲਈ ਜਿਹੜਾ ਸ਼ਾਰਟ ਨੋਟ ਅਲੱਗ ਤੋਂ ਬਣ ਰਹੇ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਧਾਰਨ ਉਦੇਸ਼ ਨੇ ਉਹਦੇ ਬਾਰੇ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਸਧਾਰਨ ਉਦੇਸ਼ ਨੇ। ਪਹਿਲਾ ਹੈ ਵਿਦਿਆਰਥੀਆਂ ਨੂੰ ਕਵਿਤਾ ਦੇ ਜ਼ਰੂਰੀ ਤੱਤਾਂ ਤੋਂ ਜਾਣੂ ਕਰਾਉਣਾ। ਮੀਨਸ ਕਵਿਤਾ ਪੜ੍ਹਾਉਣ ਦਾ ਜਿਹੜਾ ਸਧਾਰਨ ਉਦੇਸ਼ ਇਹ ਹੈ ਕਿ ਬੱਚਿਆਂ ਨੂੰ ਕਵਿਤਾ ਦੇ ਜਿਹੜੇ ਬਹੁਤ ਹੀ ਜ਼ਰੂਰੀ ਤੱਤ ਨੇ, ਮੀਨਸ ਜਿਨ੍ਹਾਂ ਨੂੰ ਮਿਲਾ ਕੇ ਜਿਹੜੀ ਕਵਿਤਾ ਬਣਦੀ ਹੈ ਉਹਨਾਂ ਬਾਰੇ
ਜਾਣਕਾਰੀ ਪ੍ਰਦਾਨ ਕਰਨਾ ਹੈ। ਦੂਸਰਾ ਹੈ ਬੱਚਿਆਂ ਅੰਦਰ ਸੋਚ ਦ੍ਰਿਸ਼ਟੀ ਨੂੰ ਵਿਕਸਿਤ ਕਰਨਾ। ਸੋਚ ਦ੍ਰਿਸ਼ਟੀ ਮੀਨਜ਼ ਕਿਸੇ ਵੀ ਉਹ ਵਧੀਆ ਚੀਜ਼ ਨੂੰ ਦੇਖ ਕੇ ਉਹਨੂੰ ਐਪਰੀਸ਼ੀਏਟ ਕਰ ਸਕਣ, ਮੀਨਜ਼ ਉਹਨਾਂ ਦੇ ਵਿੱਚ ਜਿਹੜਾ ਅਸਥੈਟਿਕ ਐਟੀਟਿਊਡ ਆ ਉਹ ਪੈਦਾ ਕਰਨਾ ਹੈ। ਬੱਚਿਆਂ ਦੇ ਆਚਰਣ ਦੀ ਉਚਾਰੀ ਵਿੱਚ ਸਹਾਇਤਾ ਕਰਨਾ। ਹੁਣ ਬੱਚਿਆਂ ਦਾ ਜਿਹੜਾ ਕਰੈਕਟਰ ਹੈ, ਆਚਰਨ ਹੈ, ਉਹਦੀ ਉਸਾਰੀ ਦੇ ਵਿੱਚ ਵੀ ਸਹਾਇਤਾ ਕਰਨੀ ਹੈ। ਇਹ ਵੀ ਕਵਿਤਾ ਦਾ ਇੱਕ ਉਦੇਸ਼ ਹੈ, ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਚਰਿੱਤਰ ਹੈ ਉਹ ਵਧੀਆ ਹੋ ਸਕੇ। ਨੈਕਸਟ ਬੱਚਿਆਂ ਦਾ ਭਾਵਾਤਮਕ ਅਤੇ ਗਿਆਨਾਤਮਕ ਵਿਕਾਸ ਕਰਨਾ। ਮੀਨਜ਼ ਬੱਚੇ ਦੇ ਭਾਵਾਤਮਕ ਮੀਨਜ਼ ਉਹਦੀਆਂ ਜਿਹੜੀ ਇਮੋਸ਼ਨਸ ਨੇ ਉਹਦਾ ਵੀ ਅਸੀਂ ਨੇ ਵਿਕਾਸ ਕਰਨਾ ਹੈ ਕਵਿਤਾ ਦੁਆਰਾ, ਅਤੇ ਗਿਆਨਾਤਮਕ ਮੀਨਜ਼ ਉਹਦੇ ਗਿਆਨ ਦੇ ਵਿੱਚ ਵਾਧਾ ਵੀ ਕਰਨਾ ਹੈ। ਇਹ ਵੀ ਕਵਿਤਾ ਦੀ ਸਿੱਖਿਆ ਦਾ ਇੱਕ ਉਦੇਸ਼ ਹੈ। ਨੈਕਸਟ ਹੈ ਬੱਚਿਆਂ ਦੀ ਕਵਿਤਾ ਪ੍ਰਤੀ ਆਲੋਚਨਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨਾ। ਮੀਨਜ਼ ਜਿਹੜੇ ਬੱਚੇ ਨੇ ਜਦੋਂ ਉਹ ਕਵਿਤਾ ਪੜ੍ਹਦੇ ਨੇ ਤਾਂ ਉਹਨਾਂ ਦੇ ਪ੍ਰਤੀ ਜੋ ਕਵਿਤਾਵਾਂ ਅਲੱਗ-ਅਲੱਗ ਕਵੀਆਂ ਨੇ ਪੜ੍ਹਦੇ ਨੇ, ਕਈ ਵਾਰ ਬੱਚੇ ਨੂੰ ਲੱਗਦਾ ਕਿ ਇਹਦੇ ਵਿੱਚ ਇਹ ਚੀਜ਼ ਵਧੀਆ, ਇਹ ਚੀਜ਼ ਨਹੀਂ ਵਧੀਆ, ਤਾਂ ਬੱਚੇ ਉਹਨੂੰ ਕ੍ਰਿਟੀਸਾਈਜ਼ ਵੀ ਕਰ ਸਕਦੇ ਨੇ, ਮੀਨਜ਼ ਉਹਦੀ ਆਲੋਚਨਾ ਵੀ ਕਰ ਸਕਦੇ ਨੇ। ਇਸ ਕਰਕੇ ਕਵਿਤਾ ਪੜ੍ਹਾਉਣ ਦਾ ਮੁੱਖ ਉਦੇਸ਼ ਕਿ ਬੱਚਿਆਂ ਦੇ ਵਿੱਚ ਜਿਹੜਾ ਆਲੋਚਨਾਤਮਕ ਦ੍ਰਿਸ਼ਟੀਕੋਣ ਆ ਉਹ ਡਿਵੈਲਪ ਕਰਨਾ। ਕਵਿਤਾ ਨੂੰ ਸੁਰ ਵਿੱਚ ਗਾ ਕੇ ਪੇਸ਼ ਕਰਨ ਦੀ ਯੋਗਤਾ ਵਿਕਸਿਤ ਕਰਨਾ। ਹੁਣ ਛੋਟੇ ਬੱਚੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨੂੰ ਹਮੇਸ਼ਾ ਜਿਹੜੀ ਕਵਿਤਾ ਗਾ ਕੇ ਪੜ੍ਹਨ ਦੇ ਲਈ ਕਿਹਾ ਜਾਂਦਾ ਹੈ, ਅਤੇ ਇਹਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਸੁਰ ਦੇ ਵਿੱਚ, ਲੈਅ ਦੇ ਵਿੱਚ ਜਿਹੜੀ ਕਵਿਤਾ ਹੈ ਉਹ ਪੇਸ਼ ਕਰਨ ਦੀ ਜਿਹੜੀ ਯੋਗਤਾ ਹੋ ਉਹਨਾਂ ਦੇ ਵਿੱਚ ਵਿਕਸਿਤ ਹੋ ਜਾਂਦੀ ਹੈ। ਕਵਿਤਾ ਨੂੰ ਅਭਿਨੈ ਦੁਆਰਾ ਪ੍ਰਗਟ ਕਰਨ ਦੀ ਰੁਚੀ ਉਤਪੰਨ ਕਰਨੀ। ਅਭਿਨੈ ਹੁੰਦਾ ਹੈ ਕੋਈ ਵੀ ਨਾਟਕ ਟਾਈਪ, ਮੀਨਜ਼ ਕਵਿਤਾ ਦਾ ਅਗਲਾ ਉਦੇਸ਼ ਕਿ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਅਭਿਨੈ ਦੁਆਰਾ ਮੀਨਜ਼ ਨਾਟਕ ਦੁਆਰਾ ਜਾਂ ਵੱਖ-ਵੱਖ ਐਕਟੀਵਿਟੀਜ਼ ਦੇ ਦੁਆਰਾ ਪ੍ਰਗਟ ਕਰਨ ਦੀ ਰੁਚੀ ਵੀ ਉਤਪੰਨ ਇਹਦੇ ਨਾਲ ਕੀਤੀ ਜਾ ਸਕਦੀ ਹੈ। ਇਹ ਵੀ ਇਹਦਾ ਇੱਕ ਮੁੱਖ ਉਦੇਸ਼ ਹੈ। ਕਵਿਤਾ ਪ੍ਰਤੀ ਰੁਚੀ ਪੈਦਾ ਕਰਨਾ। ਅਗਲਾ ਉਦੇਸ਼ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਅਸੀਂ ਕਵਿਤਾ ਦੇ ਪ੍ਰਤੀ ਰੁਚੀ ਵੀ ਪੈਦਾ ਕਰਨੀ ਹੈ, ਕਿਉਂਕਿ ਅਸੀਂ ਕਈ ਵਾਰ ਕਵਿਤਾ ਨੂੰ ਮਾਈਨਰ ਲੈ ਲੈਂਦੇ ਹਾਂ। ਜੇ ਕਹਾਣੀ ਪੜ੍ਹਦੇ ਹਾਂ ਤਾਂ ਵੀ ਸਾਨੂੰ ਓਨਾ ਹੀ ਸਿੱਖਣ ਨੂੰ ਮਿਲਦਾ, ਜੇਕਰ ਅਸੀਂ ਕਵਿਤਾ ਪੜ੍ਹਦੇ ਹਾਂ ਤਾਂ ਵੀ ਸਾਨੂੰ ਓਨਾ ਹੀ ਸਿੱਖਣ ਨੂੰ ਮਿਲੇਗਾ। ਇਹ ਡਿਪੈਂਡ ਕਰਦਾ ਕਿ ਮੋਟਿਵ ਕੀ ਹੈ ਉਸ ਕਵਿਤਾ ਨੂੰ ਲਿਖਣ ਦਾ। ਬੱਚਿਆਂ ਨੂੰ ਕਵਿਤਾ ਲਿਖਣ ਲਈ ਪ੍ਰੇਰਨਾ ਦੇਣੀ। ਕਵਿਤਾ ਸਿਖਾਉਣ ਦਾ ਅਗਲਾ ਉਦੇਸ਼ ਜਾਂ ਪੜ੍ਹਾਉਣ ਦਾ ਕਿ ਬੱਚਿਆਂ ਨੂੰ ਕਵਿਤਾ ਲਿਖਣ ਦੇ ਲਈ ਪ੍ਰੇਰਨਾ ਦੇਣੀ, ਤਾਂ ਜੋ ਜਿਹੜੇ ਬੱਚੇ ਨੇ ਖੁਦ ਕੁਛ ਨਾ ਕੁਛ ਨਵਾਂ ਕ੍ਰੀਏਟ ਕਰ ਸਕਣ। ਬੱਚਿਆਂ ਨੂੰ ਕਵਿਤਾ ਵਿਚਲੇ ਭਾਵਾਂ ਨੂੰ ਸਮਝਣ ਦੀ ਯੋਗਤਾ ਵਿਕਸਿਤ ਕਰਨੀ। ਹੁਣ ਕਵਿਤਾ ਦੇ ਵਿੱਚ ਕੁਛ ਸੂਖਮ ਭਾਵ ਹੀ ਹੁੰਦੇ ਨੇ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਜੇਕਰ ਅਸੀਂ ਬੱਚਿਆਂ ਨੂੰ ਕਵਿਤਾ ਪੜ੍ਹਾਵਾਂਗੇ, ਕਵਿਤਾ ਦੀ ਸਿੱਖਿਆ ਦੇਵਾਂਗੇ, ਤਾਂ ਹੀ ਅਸੀਂ ਕਵਿਤਾ ਦੇ ਵਿਚਲੇ ਜਿਹੜੇ ਸੂਖਮ ਭਾਵ ਨੇ ਉਹਨਾਂ ਦੀ ਸਮਝਣ ਦੀ ਜਿਹੜੀ ਯੋਗਤਾ ਉਹ ਡਿਵੈਲਪ ਕਰ ਸਕਾਂਗੇ। ਬੱਚਿਆਂ ਅੰਦਰ ਰਚਨਾਤਮਕ ਰੁਚੀਆਂ ਵਿਕਸਿਤ ਕਰਨੀਆਂ। ਰਚਨਾਤਮਕ ਮੀਨਜ਼ ਕੁਛ ਨਵਾਂ ਕ੍ਰੀਏਟ ਕਰਨ ਦੀ, ਕੁਛ ਖੁਦ ਰਚਨਾ ਕਰਨ ਦੀਆਂ ਰੁਚੀਆਂ ਵਿਕਸਿਤ ਕਰਨੀਆਂ। ਕਵਿਤਾ ਦੇ ਪ੍ਰਤੀਕ, ਬਿੰਬ, ਛੰਦ, ਅਲੰਕਾਰ ਆਦਿ ਪੱਖਾਂ ਤੋਂ ਜਾਣੂ ਕਰਾਉਣਾ। ਹੁਣ ਇੱਕ ਜਿਹੜੀ ਕਵਿਤਾ ਦੇ ਬਹੁਤ ਸਾਰੇ ਪੱਖ ਹੁੰਦੇ ਨੇ, ਜਿਵੇਂ ਕਿ ਉਹਦੇ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਬਿੰਬ ਹੁੰਦੇ ਆ, ਛੰਦ ਅਤੇ ਅਲੰਕਾਰ ਵਗੈਰਾ, ਤਾਂ ਇਹ ਸਾਰੇ ਹੀ ਪੱਖਾਂ ਤੋਂ ਅਸੀਂ ਬੱਚਿਆਂ ਨੂੰ ਜਾਣੂ ਕਰਵਾਉਣਾ ਹੈ, ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਇੱਕ ਜਿਹੜੀ ਕਵਿਤਾ ਹੈ ਉਹਨੂੰ ਕਿਸ ਤਰੀਕੇ ਨਾਲ ਸ਼ਿੰਗਾਰਿਆ ਜਾਂਦਾ ਹੈ। ਕਵਿਤਾ ਨੂੰ ਪੂਰੀ ਲੈਅ, ਸੁਰ ਅਤੇ ਗਤੀ ਨਾਲ ਪੜ੍ਹਾਉਣਾ। ਅਗਲਾ ਉਦੇਸ਼ ਕਿ ਜਿਹੜੀ ਕਵਿਤਾ ਹੈ ਉਹਨੂੰ ਪੂਰੀ ਲੈਅ ਅਤੇ ਸੁਰ ਦੇ ਨਾਲ ਅਤੇ ਗਤੀ ਦੇ ਵਿੱਚ ਪੜ੍ਹਨਾ ਅਸੀਂ ਸਿਖਾਉਣਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਪੜ੍ਹਨਾ ਹੈ, ਕਿਉਂਕਿ ਅਸੀਂ ਕਵਿਤਾ ਨੂੰ ਜੇਕਰ ਸਿੰਪਲ ਇੱਕ ਕਹਾਣੀ ਵਾਂਗੂ ਪੜ੍ਹ ਰਹੇ ਹਾਂ ਤਾਂ ਉਹ ਕਵਿਤਾ ਨਹੀਂ ਰਹੇਗੀ, ਬਟ ਜੇਕਰ ਅਸੀਂ ਪੂਰੀ ਲੈਅ, ਸੁਰ ਅਤੇ ਸਪੀਡ ਦੇ ਨਾਲ ਪੜ੍ਹ ਰਹੇ ਹਾਂ ਤਾਂ ਉਹਦੇ ਨਾਲ ਜਿਹੜੀ ਕਵਿਤਾ ਬੱਚੇ ਨੂੰ ਆਨੰਦ ਆਏਗਾ ਪੜ੍ਹਨ ਦੇ ਵਿੱਚ। ਇਸ ਕਰਕੇ ਬੱਚਿਆਂ ਨੂੰ ਪੂਰੀ ਲੈਅ, ਸੁਰ ਅਤੇ ਗਤੀ ਦੇ ਨਾਲ ਕਵਿਤਾ ਪੜ੍ਹਨੀ ਸਿਖਾਉਣਾ ਵੀ ਕਵਿਤਾ ਸਿੱਖਿਆ ਦਾ ਇੱਕ ਉਦੇਸ਼ ਹੈ। ਨੈਕਸਟ ਹੈ ਕਵਿਤਾ ਦੇ ਭਿੰਨ ਭਿੰਨ ਰੂਪਾਂ ਤੋਂ ਜਾਣੂ ਕਰਵਾਉਣਾ। ਹੁਣ ਜਿਹੜੀ ਕਵਿਤਾ ਉਹਦੇ ਅਲੱਗ-ਅਲੱਗ ਰੂਪ ਹੁੰਦੇ ਨੇ, ਜਿਵੇਂ ਕਿ ਸਿੰਪਲ ਅਸੀਂ ਗੱਲ ਕਰੀਏ ਕੋਈ ਖੁੱਲ੍ਹੀ ਕਵਿਤਾ ਹੁੰਦੀ ਹੈ, ਬੰਦ ਕਵਿਤਾ ਹੁੰਦੀ ਹੈ, ਹਰ ਇੱਕ ਕਵੀ ਦੇ ਲਿਖਣ ਦਾ ਜਿਹੜਾ ਸਟਾਈਲ ਉਹ ਅਲੱਗ-ਅਲੱਗ ਹੁੰਦਾ। ਹੁਣ ਜਿੰਨੇ ਵੀ ਕਵਿਤਾ ਦੇ ਭਿੰਨ ਭਿੰਨ ਰੂਪ ਨੇ ਉਹਨਾਂ ਤੋਂ ਜਾਣੂ ਕਰਵਾਉਣਾ ਵੀ ਕਵਿਤਾ ਦੀ ਸਿੱਖਿਆ ਦਾ ਇੱਕ ਉਦੇਸ਼ ਹੈ। ਕਿਵੇਂ? ਕਿਉਂਕਿ ਬੱਚਿਆਂ ਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜੀ ਕਵਿਤਾ ਕਿਸ ਸਟਾਈਲ ਦੇ ਵਿੱਚ ਲਿਖੀ ਗਈ ਹੈ, ਇਹਦਾ ਜਿਹੜਾ ਮੇਨ ਫਾਰਮ ਹੈ ਉਹ ਮੇਨ ਰੂਪ ਉਹ ਕਿਹੜਾ ਹੈ। ਨੈਕਸਟ ਹੈ ਬੱਚਿਆਂ ਅੰਦਰ ਵਿਵਹਾਰਕ ਆਲੋਚਨਾ ਕਰਨ ਦੀ ਯੋਗਤਾ ਵਿਕਸਿਤ ਕਰਨੀ। ਅਗਲਾ ਉਦੇਸ਼ ਕਿ ਜਿਹੜੇ ਬੱਚੇ ਨੇ ਉਹ ਪ੍ਰੈਕਟੀਕਲੀ ਜਿਹੜੀ ਕਿਸੇ ਵੀ ਚੀਜ਼ ਦੀ ਆਲੋਚਨਾ, ਕ੍ਰਿਟੀਸਾਈਜ਼ ਹੈ, ਉਹਨੂੰ ਕਰ ਸਕਣ ਦੇ ਯੋਗ ਹੋ ਸਕਣ। ਹੁਣ ਜਿਹੜੇ ਕਵੀ ਹੁੰਦੇ ਨੇ ਜਾਂ ਲੇਖਕ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਪ੍ਰਵਿਰਤੀ ਬਹੁਤ ਪਾਈ ਜਾਂਦੀ ਹੈ ਕਿ ਉਹ ਹਰ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਸਕਦੇ ਨੇ, ਮੀਨਜ਼ ਜਿਹਦੇ ਵਿੱਚ ਕੋਈ ਉਹਨਾਂ ਨੂੰ ਜਿਹੜੀਆਂ ਕਮੀਆਂ ਨੇ ਉਹ ਨਜ਼ਰ ਆਉਂਦੀਆਂ ਨੇ।
ਇਹੀ ਅਸੀਂ ਜਿਹੜੀ ਯੋਗਤਾ ਉਹ ਬੱਚਿਆਂ ਦੇ ਵਿੱਚ ਵੀ ਡਿਵੈਲਪ ਕਰਨੀ ਹੈ। ਕਿਸ ਤਰੀਕੇ ਨਾਲ ਡਿਵੈਲਪ ਕਰ ਸਕਦੇ ਹਾਂ? ਅਸੀਂ ਬੱਚਿਆਂ ਨੂੰ ਕਵਿਤਾ ਦੀ ਸਿੱਖਿਆ ਪ੍ਰੋਵਾਈਡ ਕਰਕੇ। ਬੱਚਿਆਂ ਨੂੰ ਵੱਖ ਵੱਖ ਕਾਵਿ ਸ਼ੈਲੀਆਂ ਬਾਰੇ ਜਾਣਕਾਰੀ ਦੇਣਾ। ਹੁਣ ਕਵਿਤਾ ਲਿਖਣ ਦਾ ਕੋਈ ਇੱਕੋ ਹੀ ਸਟਾਈਲ ਨਹੀਂ ਹੈ, ਕੋਈ ਇੱਕੋ ਸ਼ੈਲੀ ਨਹੀਂ ਹੈ, ਵੱਖ ਵੱਖ ਸ਼ੈਲੀਆਂ ਦੇ ਵਿੱਚ ਲਿਖੀ ਜਾਂਦੀ ਹੈ, ਕਿਉਂਕਿ ਹਰ ਜਿਹੜੇ ਲੇਖਕ ਨੇ ਹਰ ਏਰੀਏ ਦੇ ਅਕੋਰਡਿੰਗ, ਸਟੇਟ ਵਾਈਜ਼ ਦੇਖੀਏ ਜੇਕਰ ਅਸੀਂ, ਜਾਂ ਅਸੀਂ ਕੋਈ ਕੰਟਰੀ ਵਾਈਜ਼ ਦੇਖੀਏ, ਤਾਂ ਕਵਿਤਾਵਾਂ ਨੂੰ ਲਿਖਣ ਦੇ ਜਿਹੜੇ ਸਟਾਈਲ ਨੇ, ਸ਼ੈਲੀਆਂ ਨੇ, ਉਹ ਵੱਖਰੀਆਂ ਵੱਖਰੀਆਂ ਨੇ। ਨੈਕਸਟ ਹੈ ਬੱਚਿਆਂ ਨੂੰ ਕਾਵਿ ਆਨੰਦ ਭਾਵ ਰਸ ਮਾਣਨ ਦੇ ਯੋਗ ਬਣਾਉਣਾ। ਹੁਣ ਕਵਿਤਾ ਹੈ ਜਿਹੜੀ ਉਹ ਆਨੰਦ ਭਰਪੂਰ ਹੈ, ਇਸ ਕਰਕੇ ਉਹਨੂੰ ਪੜ੍ਹਾਇਆ ਵੀ ਇਸ ਤਰੀਕੇ ਨਾਲ ਜਾਣਾ ਚਾਹੀਦਾ, ਇਸ ਤਰੀਕੇ ਨਾਲ ਉਹਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿ ਬੱਚਿਆਂ ਦੇ ਵਿੱਚ ਜਿਹੜਾ ਕਵਿਤਾ ਨੂੰ ਮਾਣਨ ਦੇ ਲਈ, ਮੀਨਸ ਕਿਸ ਤਰੀਕੇ ਨਾਲ ਮੰਨਣਾ, ਕਿਸ ਤਰੀਕੇ ਨਾਲ ਉਹਦਾ ਆਨੰਦ ਲੈਣਾ, ਉਹਦੇ ਅਸੀਂ ਨੇ ਯੋਗ ਬਣਾਉਣਾ ਹੈ। ਵਿਦਿਆਰਥੀਆਂ ਨੂੰ ਕਵਿਤਾ ਦੀ ਸਮੀਖਿਆ ਕਰਨ ਦੇ ਯੋਗ ਬਣਾਉਣਾ। ਸਮੀਖਿਆ ਮੀਨਸ ਕਿ ਇਹਦੇ ਵਿੱਚ ਕਿਹੜੇ ਕਿਹੜੇ ਬਿੰਬ, ਛੰਦ, ਅਲੰਕਾਰ, ਪ੍ਰਤੀਕ ਯੂਜ਼ ਕੀਤੇ ਗਏ ਨੇ, ਜਾਂ ਇਹਦਾ ਕਿਹੜਾ ਰੂਪ ਹੈ, ਕਿਹੜੀ ਸ਼ੈਲੀ ਦੇ ਵਿੱਚ ਇਹਨੂੰ ਲਿਖਿਆ ਗਿਆ ਹੈ, ਇਹ ਹੁੰਦੀ ਹੈ ਕਵਿਤਾ ਦੀ ਸਮੀਖਿਆ ਕਰਨਾ। ਹੁਣ ਕਵਿਤਾ ਦੀ ਸਿੱਖਿਆ ਦੇਣ ਦਾ ਉਦੇਸ਼ ਕਿ ਬੱਚਿਆਂ ਨੂੰ ਕਵਿਤਾ ਦਾ ਜਿਹੜਾ ਰੂਪ ਹੈ, ਉਹ 'ਚ ਕਿਹੜੀ ਸ਼ੈਲੀ ਵਰਤੀ ਗਈ ਹੈ, ਕਿਹੜੇ ਛੰਦ ਅਲੰਕਾਰ ਨੇ, ਮੀਨਸ ਪੂਰੀ ਸਮੀਖਿਆ ਕਰਨ ਦੇ ਯੋਗ ਬਣਾਉਣਾ ਹੈ। ਕਵਿਤਾ ਵਿਚਲਾ ਸੰਦੇਸ਼ ਵਿਦਿਆਰਥੀਆਂ ਤੱਕ ਪਹੁੰਚਾਉਣਾ। ਹਰ ਕੋਈ ਨਾ ਕੋਈ ਜਿਹੜੀ ਵੀ ਕਵਿਤਾ ਹੁੰਦੀ ਉਹਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਹੁੰਦਾ, ਸੰਦੇਸ਼ ਹੁੰਦਾ ਹੈ, ਜਿਹੜਾ ਕਿ ਸਾਨੂੰ ਵਧੀਆ ਮੋਟਿਵ ਦੇ ਰਿਹਾ ਹੁੰਦਾ, ਇੱਕ ਸਾਡੇ ਸਾਹਮਣੇ ਇੱਕ ਫੋਕਸ ਰੱਖ ਰਿਹਾ ਹੁੰਦਾ ਕਿ ਤੁਸੀਂ ਵੀ ਇਸ ਤਰੀਕੇ ਨਾਲ ਕਰਨਾ ਹੈ। ਤਾਂ ਜਿਹੜਾ ਕਵਿਤਾ ਵਿਚਲਾ ਸੰਦੇਸ਼ ਹੈ ਉਹ ਵਿਦਿਆਰਥੀਆਂ ਤੱਕ ਪਹੁੰਚਾਉਣਾ ਵੀ ਕਵਿਤਾ ਦੀ ਸਿੱਖਿਆ ਦਾ ਇੱਕ ਮੇਨ ਏਮ ਹੈ। ਵਿਦਿਆਰਥੀਆਂ ਅੰਦਰ ਕਾਵਿਕ ਸੂਝ ਪੈਦਾ ਕਰਨੀ। ਕਾਵਿਕ ਸੂਝ ਮੀਨਸ ਕਵਿਤਾ ਦੇ ਪ੍ਰਤੀ ਸੂਝ, ਕਿਉਂਕਿ ਸਾਰੇ ਜਿਹੜੇ ਲੋਕ ਨੇ ਸਿਰਫ ਕਵਿਤਾ ਪੜ੍ਹ ਲੈਂਦੇ ਨੇ, ਬਟ ਉਹਨਾਂ ਨੂੰ ਕਵਿਤਾ ਬਾਰੇ ਜਿਹੜੀ ਸੂਝ ਮੀਨਸ ਜਾਣਕਾਰੀ ਨਹੀਂ ਹੁੰਦੀ। ਬਟ ਜਦੋਂ ਅਸੀਂ ਕਵਿਤਾ ਪੜ੍ਹਾਵਾਂਗੇ, ਬੱਚਿਆਂ ਨੂੰ ਕਵਿਤਾ ਦੀ ਸਿੱਖਿਆ ਦੇਵਾਂਗੇ, ਤਾਂ ਉਹਨਾਂ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਜਿਹੜਾ ਕਾਵਿਕ ਸੂਝ ਹੈ, ਕਵਿਤਾ ਦੇ ਪ੍ਰਤੀ ਜਿਹੜੀ ਸੂਝ-ਬੂਝ ਹੈ, ਉਹ ਵੀ ਪੈਦਾ ਹੋਏਗੀ। ਇਸੇ ਸਧਾਰਨ ਉਦੇਸ਼। ਹੁਣ ਅਸੀਂ ਗੱਲ ਕਰਾਂਗੇ ਕਵਿਤਾ ਨੂੰ ਪੜ੍ਹਾਉਣ ਦੇ ਜਿਹੜੇ ਵਿਸ਼ੇਸ਼ ਉਦੇਸ਼ ਨੇ ਉਹ ਕਿਹੜੇ ਕਿਹੜੇ ਨੇ। ਸਭ ਤੋਂ ਪਹਿਲਾ ਹੈ ਬੱਚਿਆਂ ਨੂੰ ਕਵਿਤਾ ਵਿਚਲੇ ਵਿਸ਼ੇਸ਼ ਭਾਵਾਂ ਨੂੰ ਸਮਝਣ ਸਕਣ ਦੀ ਜਿਹੜੀ ਯੋਗਤਾ ਉਹ ਵਿਕਸਿਤ ਕਰਨੀ, ਕਿਉਂਕਿ ਕੋਈ ਵੀ ਜਿਹੜੀ ਕਵਿਤਾ ਉਹਦੇ ਵਿੱਚ ਬਹੁਤ ਵਿਸ਼ੇਸ਼ ਭਾਵ ਵੀ ਹੁੰਦੇ ਨੇ, ਸੂਖਮ ਭਾਵ ਵੀ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਸਮਝਣ ਦੇ ਯੋਗ ਬਣਾਉਣਾ ਹੈ, ਤਾਂ ਜੋ ਜਿਹੜੇ ਬੱਚੇ ਨੂੰ ਕਵਿਤਾ ਦਾ ਸਹੀ ਆਨੰਦ ਮਾਣ ਸਕਣ। ਕਵੀ ਦੇ ਵਿਸ਼ੇਸ਼ ਸੰਦੇਸ਼ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ, ਕਿਉਂਕਿ ਹਰ ਕਵਿਤਾ ਇੱਕ ਜਿਹੜਾ ਸਪੈਸ਼ਲ ਮੈਸੇਜ ਉਹ ਦੇ ਰਹੀ ਹੁੰਦੀ ਹੈ, ਅਤੇ ਇਸ ਕਰਕੇ ਵਿਸ਼ੇਸ਼ ਉਦੇਸ਼ ਕੀ ਹੋਇਆ ਵੀ ਜੇ ਅਸੀਂ ਮੇਲੇ ਬਾਰੇ ਕਵਿਤਾ ਪੜ੍ਹ ਰਹੇ ਹਾਂ ਜਾਂ ਕੋਈ ਕਿਸੇ ਹੋਰ ਤਿਉਹਾਰ ਬਾਰੇ ਪੜ੍ਹ ਰਹੇ ਹਾਂ, ਤਾਂ ਉਹਦਾ ਮੇਨ ਏਮ ਕੀ ਹੋਏਗਾ ਕਿ ਉਸ ਮੇਲੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ। ਮੀਨਸ ਕਿ ਵਿਸ਼ੇਸ਼ ਉਦੇਸ਼ ਉਹਦਾ ਕੀ ਹੈ, ਉਹ ਮੈਸੇਜ ਬੱਚਿਆਂ ਤੱਕ ਪਹੁੰਚਾਉਣਾ। ਕਵਿਤਾ ਦੇ ਭਾਵ ਪੱਖ ਅਤੇ ਕਲਾ ਪੱਖ ਦੀ ਸੁੰਦਰਤਾ ਬਾਰੇ ਜਾਣਕਾਰੀ ਦੇਣਾ। ਹੁਣ ਕਵਿਤਾ ਦੇ ਜਿਹੜੇ ਪੱਖ ਨੇ, ਭਾਵ ਪੱਖ ਹੋ ਗਿਆ, ਜਿਵੇਂ ਕਲਾ ਪੱਖ ਹੋ ਗਿਆ, ਹੁਣ ਇਹਨਾਂ ਦੀ ਸੁੰਦਰਤਾ ਮੀਨਸ ਕਿਸ ਤਰੀਕੇ ਨਾਲ ਕਵਿਤਾ ਨੂੰ ਇਹਨਾਂ ਦੋਨੇ ਪੱਖਾਂ ਦੀ ਵਰਤੋਂ ਦੇ ਨਾਲ ਸ਼ਿੰਗਾਰਿਆ ਗਿਆ, ਉਹਦੇ ਬਾਰੇ ਜਾਣਕਾਰੀ ਦੇਣਾ ਵੀ ਇੱਕ ਵਿਸ਼ੇਸ਼ ਉਦੇਸ਼ ਹੈ। ਬੱਚਿਆਂ ਅੰਦਰ ਰਚਨਾਤਮਕ ਰੁਚੀਆਂ ਪੈਦਾ ਕਰਨੀਆਂ। ਵਿਸ਼ੇਸ਼ ਉਦੇਸ਼ ਇਹ ਕਿ ਬੱਚੇ ਖੁਦ ਉਹਦੇ ਨਾਲ ਰਿਲੇਟਡ ਉਸੇ ਥੀਮ ਨੂੰ ਲੈ ਕੇ ਆਪਣੇ ਆਪ ਜਿਹੜੀ ਕਵਿਤਾ ਉਹ ਖੁਦ ਕ੍ਰੀਏਟ ਕਰਨਗੇ। ਨੈਕਸਟ ਹੈ ਬੱਚਿਆਂ ਅੰਦਰ ਕਵਿਤਾ ਦਾ ਸਾਰ ਆਪਣੇ ਸ਼ਬਦਾਂ 'ਚ ਲਿਖ ਸਕਣ ਦੇ ਯੋਗ ਬਣਾਉਣਾ। ਹੁਣ ਬੱਚੇ ਨੇ ਕਵਿਤਾ ਪੜ੍ਹ ਲਈ ਕਿ ਇਸ ਕਵਿਤਾ ਦੇ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ, ਇਹਦੀ ਸਮਰੀ ਕੀ ਹੈ, ਤਾਂ ਅਸੀਂ ਬੱਚੇ ਨੂੰ ਇਸ ਯੋਗ ਬਣਾਉਣਾ ਕਿ ਕਵਿਤਾ ਨੂੰ ਪੜ੍ਹਨ ਤੋਂ ਬਾਅਦ ਉਹ ਕਵਿਤਾ ਦਾ ਜਿਹੜਾ ਸਾਰ ਹੈ ਉਹ ਆਪਣੇ ਸ਼ਬਦਾਂ ਦੇ ਵਿੱਚ ਲਿਖ ਸਕਣ। ਨੈਕਸਟ ਹੈ ਵਿਦਿਆਰਥੀਆਂ ਵਿੱਚ ਕਾਵਿਕ ਭਾਵਨਾ ਦਾ ਵਿਕਾਸ ਕਰਨਾ। ਮੀਨਸ ਕਵਿਤਾ ਦੇ ਪ੍ਰਤੀ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦਾ ਵਿਕਾਸ ਕਰਨਾ, ਤਾਂ ਜੋ ਜਿਹੜੇ ਬੱਚੇ ਨੇ ਉਹ ਕਵਿਤਾ ਦੇ ਨਾਲ ਸਹੀ ਤਰੀਕੇ ਨਾਲ ਜੁੜ ਸਕਣ ਅਤੇ ਉਹਨਾਂ ਨੂੰ ਕਵਿਤਾ ਬਾਰੇ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਹੋ ਸਕੇ। ਅਗਲਾ ਉਦੇਸ਼ ਹੈ ਵਿਦਿਆਰਥੀਆਂ ਦਾ ਨੈਤਿਕ ਅਤੇ ਚਰਿੱਤਰਿਕ ਵਿਕਾਸ ਕਰਨਾ। ਹੁਣ ਜਿਸ ਤਰ੍ਹਾਂ ਦੀ ਕਵਿਤਾ ਉਸੇ ਤਰੀਕੇ ਦਾ ਉਹਦੇ ਵਿੱਚ ਨੈਤਿਕ ਅਤੇ ਚਰਿੱਤਰਿਕ ਵਿਕਾਸ ਬਾਰੇ ਗੱਲ ਕੀਤੀ ਗਈ ਹੈ, ਤਾਂ ਬੱਚੇ ਉਹੀ ਚੀਜ਼ਾਂ ਉਹਦੇ ਵਿੱਚੋਂ ਸਿੱਖਣਗੇ ਅਤੇ ਉਹਦੇ ਅਕੋਰਡਿੰਗ ਬੱਚਿਆਂ ਜਿਹੜੇ ਉਹਨਾਂ 'ਚ ਮੋਰਲ ਵੈਲਿਊਜ਼ ਆਉਣਗੀਆਂ ਅਤੇ ਜਿਹੜਾ ਉਹਨਾਂ ਦਾ ਕਰੈਕਟਰ ਡਿਵੈਲਪਮੈਂਟ ਵੀ ਹੋਏਗੀ। ਵਿਦਿਆਰਥੀਆਂ ਨੂੰ ਕਾਵਿ ਦੇ ਸਹੀ ਸਰੂਪ ਦਾ ਗਿਆਨ ਕਰਾਉਣਾ। ਅਗਲਾ ਵਿਸ਼ੇਸ਼ ਉਦੇਸ਼ ਇਹ ਹੈ ਕਿ ਜੋ ਕਵਿਤਾ ਹੈ ਉਹਦਾ ਐਕਚੁਅਲ ਜਿਹੜਾ ਸਰੂਪ ਹੈ, ਫੋਰਮ ਹੈ, ਉਹ ਕੀ ਹੈ, ਉਹਦੇ ਬਾਰੇ ਜਿਹੜੀ ਨੌਲੇਜ ਹੈ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਨਾ। ਅੱਗੇ ਵਿਦਿਆਰਥੀਆਂ ਦਾ ਮਨੋਰੰਜਨ ਕਰਨਾ ਅਤੇ ਉਹਨਾਂ ਦੇ ਮਨ ਨੂੰ ਖੁਸ਼ੀ ਪ੍ਰਦਾਨ ਕਰਨੀ। ਅਗਲਾ ਇਹ ਵੀ ਵਿਸ਼ੇਸ਼ ਉਦੇਸ਼ ਹੈ, ਕਿਉਂਕਿ ਕੁਝ ਕਵਿਤਾਵਾਂ ਮਨੋਰੰਜਨ ਦੇ ਨਾਲ ਸੰਬੰਧਿਤ ਹੁੰਦੀਆਂ ਨੇ, ਕੁਝ ਸੈਡ ਜਿਹੀਆਂ ਹੁੰਦੀਆਂ ਨੇ, ਕੁਝ ਕਿਸੇ ਤਰੀਕੇ ਦੇ ਮੋਟਿਵ ਨਾਲ ਲਿਖੀਆਂ ਗਈਆਂ ਹੁੰਦੀਆਂ ਨੇ ਕਿ ਸਮਾਜ ਨੂੰ ਸੇਧ ਦੇਣ ਵਾਲੀ ਹੁੰਦੀਆਂ ਨੇ।
इस करके अगला विशेष उद्देश कि ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਮਨੋਰੰਜਨ ਕਰਨਾ ਤੇ ਉਹਨਾਂ ਦੇ ਮਨ ਨੂੰ ਖੁਸ਼ੀ ਪ੍ਰਦਾਨ ਕਰਨੀ ਹੈ। ਵਿਦਿਆਰਥੀਆਂ ਨੂੰ ਕਵਿਤਾ ਦੀ ਕਿਸੇ ਵਿਸ਼ੇਸ਼ ਸ਼ੈਲੀ ਤੋਂ ਜਾਣੂ ਕਰਵਾਉਣਾ। ਅਗਲਾ ਉਦੇਸ਼, ਕਿਉਂਕਿ ਜਿਹੜੀਆਂ ਕਵਿਤਾਵਾਂ ਨੇ ਉਹ ਅਲੱਗ-ਅਲੱਗ ਸ਼ੈਲੀ ਦੇ ਵਿੱਚ ਲਿਖੀਆਂ ਜਾਂਦੀਆਂ ਨੇ, ਅਲੱਗ-ਅਲੱਗ ਸਟਾਈਲ ਹੁੰਦੇ ਨੇ ਲਿਖਣ ਦੇ, ਅਤੇ ਕਵਿਤਾ ਪੜ੍ਹਾਉਣ ਦਾ ਵਿਸ਼ੇਸ਼ ਉਦੇਸ਼ ਬੱਚਿਆਂ ਨੂੰ ਜੋ ਕਵਿਤਾਵਾਂ ਨੇ ਉਹ ਕਿਸ ਸ਼ੈਲੀ ਦੇ ਵਿੱਚ ਲਿਖੀਆਂ ਗਈਆਂ ਨੇ ਉਹਨਾਂ ਬਾਰੇ ਜਾਣੂ ਕਰਾਉਣਾ। ਮੀਨਜ਼ ਜਿਹੜੀ ਕਵਿਤਾ ਅਸੀਂ ਪੜ੍ਹਾ ਰਹੇ ਹਾਂ ਉਹਨੂੰ ਲਿਖਣ ਦਾ ਕੀ ਸਟਾਈਲ ਸੀ, ਲੇਖਕ ਨੇ ਕਿਸ ਤਰੀਕੇ ਨਾਲ ਲਿਖਿਆ, ਉਹਦੇ ਬਾਰੇ ਜਾਣੂ ਕਰਵਾਉਣਾ ਵੀ ਇਹਦਾ ਇੱਕ ਸਪੈਸ਼ਲ ਏਮ ਹੈ। ਡੀਅਰ ਸਟੂਡੈਂਟਸ, ਇਸ ਵੀਡੀਓ ਵਿੱਚ ਸਿਰਫ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਵੱਖ-ਵੱਖ ਪੱਧਰਾਂ ਦੇ ਉੱਪਰ ਕਵਿਤਾ ਪੜ੍ਹਾਉਣ ਦੇ ਕਿਹੜੇ-ਕਿਹੜੇ ਉਦੇਸ਼ ਨੇ, ਜਿਵੇਂ ਕਿ ਪ੍ਰਾਇਮਰੀ ਲੈਵਲ, ਮਿਡਲ ਲੈਵਲ ਅਤੇ ਉੱਚ ਲੈਵਲ। ਇਹਨੂੰ ਅਸੀਂ ਅਲੱਗ ਵੀਡੀਓ ਦੇ ਵਿੱਚ ਹੀ ਕਰਾਂਗੇ। ਥੈਂਕਸ ਫਾਰ ਵਾਚਿੰਗ।